ਰਾਜਕਰਮੀਤ ਸਿੰਘ ਜੀ ਤੇ ਰਮਨ ਜੀ, ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਸੇਮ ਚੀਜ਼ ਜੋ AB5 ਵਾਲੀ ਆ, ਉਹੀ ਲਾਗੂ ਹੋਣ ਜਾ ਰਹੀ ਆ। ਫੋਰਸਡ ਲੇਬਰ, ਓਟਾਵਾ $26 ਮਿਲੀਅਨ ਇਨਵੈਸਟ ਕਰਨ ਜਾ ਰਿਹਾ ਆ, ਜੋ ਇਹ ਗਲਤ ਪ੍ਰੈਕਟਿਸਿਸ ਹੋ ਰਹੀ ਆ। ਕਹਿੰਦੇ ਵੀ ਡਰਾਈਵਰਸ ਨੂੰ ਮਿਸ ਕਲਾਸੀਫਾਈ ਕੀਤਾ ਜਾ ਰਿਹਾ ਆ। ਸੋ ਜਿਹੜੀਆਂ ਕੰਪਨੀਆਂ ਨੂੰ ਇਹ ਫੜਿਆ ਜਾਊਗਾ ਵੀ ਉਹ ਗਲਤ ਕੰਮ ਕਰ ਰਿਹਾ, ਉਹਨਾਂ ਦੇ $2.5 ਲੱਖ ਦਾ ਜਿਹੜਾ ਫਾਈਨ ਹੋਊਗਾ। ਇਹ ਆਪਣੇ ਗੁਆਂਢੀ ਮੁਲਕ ਕੈਨੇਡਾ ਜਾ ਰਿਹਾ। ਅੱਜ ਉੱਥੇ ਦਾ ਇੱਕ ਬਹੁਤ ਮਸ਼ਹੂਰ ਅਖਬਾਰ ਆ ਦਾ ਪਾਇਨੀਅਰ, ਉਹਨਾਂ ਨੇ ਸਰਦਾਰ ਮੁੰਡੇ ਦੀ ਫੋਟੋ ਲਾ ਕੇ ਨਾ ਮੋਰੇ ਦਾ ਸਟਾਪ ਵੇਜ ਥੈਫਟ, ਵੀ ਨੋ ਅਵਰ ਰਾਈਟਸ। ਸੋ ਕਾਫੀ ਵੱਡਾ ਆਰਟੀਕਲ ਲਿਖਿਆ ਹੈਗਾ, ਇਹਦੇ ਬਾਰੇ ਥੋੜਾ ਡਿਟੇਲ ਦੱਸਿਓ ਜੀ। ਬਿਲਕੁਲ, ਇਹ ਨਵੰਬਰ 7 ਨੂੰ ਜਿਹੜੇ ਕੈਨੇਡਾ ਦੇ ਲੇਬਰ ਮਿਨਿਸਟਰ ਹੈਗੇ ਆ ਸੈਮਸ ਓਰੀਗਨ ਜੂਨੀਅਰ, ਉਹਨਾਂ ਨੇ ਅਨਾਊਂਸ ਕੀਤਾ ਹੈਗਾ ਕਿ ਜਿਹੜਾ ਕੈਨੇਡੀਅਨ ਟਰੱਕਿੰਗ ਕੰਪਨੀਜ਼ ਹੈਗੀਆਂ, ਇਹ ਕੋਈ ਕੰਪਨੀ ਕਰਕੇ ਹੈਗੀ ਡਰਾਈਵਰ ਇੰਕ, ਸੋ ਉਹਨਾਂ ਦਾ ਬਿਜ਼ਨਸ ਮਾਡਲ ਜਿਹੜੇ ਯੂਜ਼ ਕਰਦੇ ਹੈਗੇ ਆ ਟੂ ਮਿਸ ਕਲਾਸੀਫਾਈ EMPLOYEES ਨੂੰ, ਸੋ ਉਹਨਾਂ ਨੂੰ ਇੰਡੀਪੈਂਡੈਂਟ ਕਾਂਟਰੈਕਟਰ ਦੇ ਤੌਰ ਤੇ ਯੂਜ਼ ਕਰਦੇ ਹੈਗੇ ਆ। So they will face federal fines up to $250,000. So ਇਹਦੇ ਵਿੱਚ ਬੇਸਿਕਲੀ ਜਿਹੜੀ ਚੀਜ਼ ਸੀਗੀ ਕਿ ਇਹ ਆ ਕਿ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਟੈਕਸ ਜਿਹੜਾ ਬਚਾਉਣ ਦੀ ਖਾਤਰ ਉਹਨੂੰ ਜਿਹੜੇ ਆਪਣੇ ਵਰਕਰਸ ਹੈਗੇ ਆ, ਜਿੱਦਾਂ ਕਿ ਆਪਾਂ ਇੱਥੇ ਵੀ ਹੁਣ ਆਪਾਂ ਨੂੰ ਪਤਾ ਕਿ ਕੈਲੀਫੋਰਨੀਆ ਦੇ ਵਿੱਚ ਵੀ ਤੇ ਯੂਐਸ ਦੇ ਵਿੱਚ ਵੀ ਡਿਪਾਰਟਮੈਂਟ ਆਫ ਲੇਬਰ ਨੇ ਇਹ ਵਿੱਢ ਦਿੱਤਾ ਹੈਗਾ, ਸ਼ੁਰੂ ਕਰ ਦਿੱਤਾ ਹੈਗਾ ਲਾਅ ਦਾ ਜਿਹੜਾ ਕੰਮ ਆ। ਸੋ ਉੱਥੇ ਵੀ ਇਹੋ ਹੀ ਚੀਜ਼ ਗੱਲ ਹੈਗੀ ਆ ਕਿ ਬਹੁਤ ਜਿਹੜੇ ਪ੍ਰੋਗਰਾਮ ਹੈਗੇ ਆ, ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਸੇ ਢੰਗ ਕੀਤੀਆਂ ਜਾ ਰਹੀਆਂ ਸੀਗੀਆਂ। 90% ਦੇ ਕਰੀਬ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਯੂਜ਼ ਕਰਦੀਆਂ ਇਸ ਮਾਡਲ ਨੂੰ। ਤੇ ਉਹਦੇ ਨਾਲ ਕੀ ਹੁੰਦਾ ਕਿ ਆਬਵੀਅਸਲੀ ਆਪਾਂ ਨੂੰ ਪਤਾ ਹੈ ਕਿ ਵਰਕਰ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਬੈਨੀਫਿਟਸ ਹੈਗੇ ਆ ਉਹ ਨਹੀਂ ਹੁੰਦੇ। ਹੁਣ ਸਾਰਿਆਂ ਨਾਲੋਂ ਵੱਡਾ ਜਿਹੜਾ ਉੱਥੇ ਸਿਕ ਲੀਵ ਦਾ ਚੱਲ ਰਿਹਾ ਹੈਗਾ ਕੈਨੇਡਾ ਦੇ ਵਿੱਚ, ਕਿ ਸਿਕ ਲੀਵ ਆ ਉਹ ਇੰਡੀਪੈਂਡੈਂਟ ਕਾਂਟਰੈਕਟਰ ਦੇ ਤੌਰ ਤੇ ਜਿਹੜੀ ਆ ਸਿਕ ਲੀਵ ਨਹੀਂ ਮਿਲ ਸਕਦੀ ਤੁਹਾਨੂੰ, ਜਾਂ ਤੁਸੀਂ ਨਹੀਂ ਲੈ ਸਕਦੇ। ਤੇ ਉਸ ਤੋਂ ਬਿਨਾਂ ਹੋਰ ਜਿਹੜੇ ਕਈ ਜਿਹੜੇ ਬੈਨੀਫਿਟ ਹੈਗੇ ਆ, ਤੇ ਜਿਹੜਾ ਕੈਨੇਡੀਅਨ ਲੇਬਰ ਕੋਡ ਹੈਗਾ ਜਾਂ ਕੈਨੇਡੀਅਨ ਜਿਹੜੀ ਲੇਬਰ ਡਿਪਾਰਟਮੈਂਟ ਹੈਗੀ ਆ, ਕੈਨੇਡਾ ਪੈਨਸ਼ਨ ਪਲਾਨ ਹੈਗੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਰਕਰਸ ਦਾ ਇੰਜਰੀਜ਼ ਜਿਹੜੀਆਂ ਹੈਗੀਆਂ, ਸੋ ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਉਹ ਇਫੈਕਟ ਹੁੰਦੀਆਂ ਉਹਦੇ ਨਾਲ, ਕਿਉਂਕਿ ਟੈਕਸ ਨਹੀਂ ਜਾਂਦਾ ਹੈਗਾ। ਸੋ ਸਿੰਪਲੀ ਜਿੱਦਾਂ ਆਪਾਂ AB5 ਦੀ ਗੱਲ ਕਰਦੇ ਹੈਗੇ, ਉੱਦਾਂ ਹੀ ਜਿਹੜੀਆਂ ਇਸ ਕੈਟੇਗਰੀ ਦੇ ਵਿੱਚ ਆਉਂਦਾ ਹੈਗਾ ਸਾਰੇ ਕਾਸੇ ਦੇ ਵਿੱਚ। ਤੇ ਇਹਦੇ ਵਿੱਚ ਇਹਨਾਂ ਨੇ ਇੱਕੋ ਗੱਲ ਕਹੀ ਆ ਕਿ ਇਹਦੇ 'ਚ ਦੇ ਆਰ ਟਾਰਗੇਟਿੰਗ ਕੰਪਨੀ, ਇਹਦੇ ਵਿੱਚ EMPLOYEES ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਇਸ ਲਾਅ ਦੇ ਤਹਿਤ, ਕੰਪਨੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਸੋ ਜਿਹੜੇ EMPLOYEES ਹੈਗੇ ਆ ਉਹਨਾਂ ਦੇ ਲਈ ਇਹ ਚੀਜ਼ ਜਿਹੜੀ ਆ ਇਹਦੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ। ਜਿਹੜਾ ਕੈਨੇਡੀਅਨ ਟਰੱਕਿੰਗ ਅਲਾਇੰਸ ਹੈਗਾ CTA ਤੇ ਟੀਮਸਟਰ ਕੈਨੇਡਾ ਜਿਹੜੇ ਆ, ਉਹ ਦੋਨੋਂ ਹੀ ਜਿਹੜੇ ਆ ਇਹ ਡੈਲੀਗੇਟ ਕਰ ਰਹੇ ਹੈਗੇ ਨਾਲ ਇਹਦੇ, ਮਤਲਬ ਕਿ ਇਹਦੇ ਹੱਕ ਦੇ ਵਿੱਚ ਹੈਗੇ ਆ। ਸੋ ਜਿਹੜੀ ਕੈਨੇਡਾ ਰੈਵਨਿਊ ਏਜੰਸੀ ਹੈਗੀ ਆ ਉਹਨਾਂ ਦੇ ਵੱਲੋਂ ਵੀ ਅਵੇਅਰਨੈਸ ਕੀਤੀ ਜਾ ਰਹੀ ਹੈ ਲੋਕਾਂ ਦੇ ਲਈ, ਔਰ ਤਕਰੀਬਨ ਕਹਿ ਰਹੇ ਕਿ $1 ਬਿਲੀਅਨ ਦੇ ਕਰੀਬ ਜਿਹੜਾ ਟੈਕਸ ਹੈਗਾ ਆ ਉਹ ਨਹੀਂ ਪੇ ਕੀਤਾ ਜਾਂਦਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਆ ਇਸਦੇ ਉੱਤੇ ਆ ਰਹੀ ਹੈਗੀ ਆ। ਜਿਹੜੀ CTA ਹੈਗੀ ਆ ਆਪਣੀ ਕੈਨੇਡੀਅਨ ਟਰੱਕਿੰਗ ਅਲਾਇੰਸ ਹੈਗੀ ਆ, ਉਹਨਾਂ ਨੇ ਵੈਲਕਮ ਕੀਤਾ ਇਸ ਅਨਾਊਂਸਮੈਂਟ ਦਾ। ਤੇ ਉਹਨਾਂ ਨੇ ਜਿਹੜੀ ਡਰਾਈਵਰ ਆਪਣੀ ਹੈਗੀ ਆ ਮਿਸ ਰਿਪ੍ਰੈਜ਼ੈਂਟੇਸ਼ਨ ਹੈਗੀ ਆ, ਮਿਸ ਕਲਾਸੀਫਿਕੇਸ਼ਨ ਹੈਗੀ ਆ, ਉਹ ਉਹਦੇ 'ਚ ਅਬਿਊਜ਼ ਜਿਹੜਾ ਵਰਕਰਸ ਦਾ ਹੁੰਦਾ ਆ, ਜਾਂ ਜਿਹੜਾ ਕਿ ਉਹਨਾਂ ਨੂੰ ਪੂਰਾ ਜਿਹੜਾ ਉਹਨਾਂ ਦੇ ਫੇਅਰ ਨਹੀਂ ਹੁੰਦੇ, ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਬੈਨੀਫਿਟਸ ਨਹੀਂ ਮਿਲਦੇ, ਉਹ ਉਹਦੇ 'ਤੇ ਕਾਫੀ ਜ਼ੋਰ ਆ। ਤੇ ਆਡਿਟਸ ਜਿਹੜੇ ਆ ਉਹਨਾਂ ਦੀ ਗੱਲ ਕੀਤੀ ਜਾ ਰਹੀ ਆ, ਆਡਿਟ ਕਰਨ ਦੀ। ਤੇ ਆਡਿਟਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜਾ ਪਹਿਲਾ ਆਡਿਟ ਹੈਗਾ ਆ ਉਹਦੇ ਵਿੱਚ ਪੈਨਲਟੀਜ਼ ਤੇ ਫੋਰਸ ਬੈਕ ਪੇ ਜਿਹੜੀ ਆ ਉਹ ਰਿਕਮੈਂਡ ਕੀਤੀ ਆ ਜਿੰਨੇ ਵੀ ਗ੍ਰੋਸ ਵਾਇਲੇਟਿੰਗ ਕੰਪਨੀ ਹੈਗੀਆਂ। ਤੇ ਜੇ ਵਿਦਿਨ 12 ਮੰਥਸ ਉਹਨਾਂ ਦਾ ਸੈਕੰਡ ਆਡਿਟ ਹੋਊਗਾ, ਸੋ ਜੇ ਵਿਦਿਨ 12 ਮੰਥਸ ਉਹਨਾਂ ਦਾ ਸੈਕੰਡ ਆਡਿਟ ਹੁੰਦਾ ਤੇ ਉਹਨਾਂ ਦੇ ਸੈਕੰਡ ਆਡਿਟ ਦੇ ਵਿੱਚ ਉਹਨਾਂ ਨੂੰ ਫਿਰ ਉਹੀ ਗਲਤੀਆਂ ਪਾਈਆਂ ਜਾਂਦੀਆਂ ਜਿਹੜੀਆਂ ਕਿ ਫਸਟ ਆਡਿਟ ਦੇ ਵਿੱਚ ਕੱਢੀਆਂ ਸੀਗੀਆਂ, ਤੇ ਫਿਰ ਉਸ ਕੰਪਨੀ ਨੂੰ ਨਾਨ ਕੰਪਲਾਇੰਸ ਕਰਕੇ ਤੇ ਉਹਦਾ ਜਿਹੜਾ ਟਰਮੀਨੇਸ਼ਨ, ਉਹਨਾਂ ਦੇ ਟਰੱਕ ਲਾਇਸੈਂਸ ਟਰਮੀਨੇਸ਼ਨ, ਰਿਮੂਵਲ ਆਫ ਪਲੇਟਸ,
ਤੇ ਹੋਰ ਸਾਰਾ ਜਿਹੜਾ ਉਹਨਾਂ ਦਾ ਕੰਮ ਹੈਗਾ ਉਹਨਾਂ ਨੂੰ ਮਤਲਬ ਕਿ ਇਹਨੂੰ ਉਧਰ ਕਹਿ ਦਿੰਦੇ ਗੋਸਟ ਪ੍ਰੋਟੋਕੋਲ, ਤੇ ਉਹਨਾਂ ਨੇ ਕਿਹਾ ਕਿ ਇਹ ਕਰਨ ਦੀ ਸਿਫਾਰਿਸ਼ ਕੀਤੀ ਆ। ਸੋ ਕਾਫੀ ਗੱਲ ਚੱਲ ਰਹੀ ਹੈਗੀ ਆ। ਮੈਂ ਇਸ ਬਾਰੇ ਦੇ ਵਿੱਚ ਗੱਲ ਚੱਲ ਵੀ ਰਹੀ ਸੀ ਸਾਡੀ ਸੋਸ਼ਲ ਮੀਡੀਆ ਤੇ ਇਹ ਕਿਹਾ ਜਾ ਰਿਹਾ ਕਿ ਬਹੁਤ ਜਿਹੜੇ ਦੇਰ ਤੋਂ ਇਹਨਾਂ ਚੀਜ਼ਾਂ ਦੀ ਗੱਲ ਕੀਤੀ ਜਾ ਰਹੀ, ਪਿਛਲੇ 10 ਸਾਲਾਂ ਤੋਂ ਇਹ ਗੱਲ ਕੀਤੀ ਹੈ, ਪਰ ਇਹ ਕਦੀ ਲਾਗੂ ਨਹੀਂ ਹੋਈ। ਤੇ ਮੇਰੇ ਖਿਆਲ ਦੇ ਵਿੱਚ ਇਸ ਚੀਜ਼ ਨੂੰ ਮੰਨ ਲਈਏ ਕਿ ਆਪਣਾ ਜੇ ਆਪਾਂ ਦੇਖਦੇ ਹਾਂ ਗੁਆਂਢੀ ਮੁਲਕ ਆਪਣੇ ਆਲੇ ਪਾਸੇ ਦੇਖਦੇ ਹਾਂ, ਤੇ ਕੈਲੀਫੋਰਨੀਆ ਦੇ ਵਿੱਚ ਵੀ ਆਪਾਂ ਇਹੋ ਹੀ ਚੀਜ਼ ਦੇਖ ਰਹੇ ਸੀਗੇ। ਫਿਰ ਉਸ ਤੋਂ ਬਾਅਦ ਸਾਰੇ ਕਹਿੰਦੇ ਸੀ ਕਿ ਸਟੇਟ ਤੋਂ ਮੂਵ ਹੋ ਜਾਓ ਕੈਲੀਫੋਰਨੀਆ ਤੋਂ, ਤੇ ਫਿਰ ਆ ਹੁਣ ਫੈਡਰਲ ਗਵਰਨਮੈਂਟ ਨੇ ਵੀ ਉਹਦੀ ਕਵਾਇਤ ਜਿਹੜੀ ਸ਼ੁਰੂ ਕਰ ਦਿੱਤੀ ਆ, ਉਹਨੂੰ ਕਰਨਾ ਸ਼ੁਰੂ ਕਰ ਦਿੱਤਾ। ਇੱਦਾਂ ਹੀ ਜਿਹੜਾ ਗੁਆਂਢੀ ਮੁਲਕ ਆ ਉਹਨਾਂ ਨੇ ਵੀ। ਸੋ ਮੈਜੋਰਟੀ ਤੇ ਹੁਣ ਕਾਫੀ ਜਿਹੜੀ ਕੜੀ ਨਜ਼ਰ ਆ। ਹੋਰ ਇੱਕ ਚੀਜ਼ ਹਰਜੋਤ ਜੀ ਤੇ ਰਮਨ ਜੀ, ਆਪਾਂ ਦੇਖਦੇ ਹਾਂ ਜਦੋਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਇੱਦਾਂ ਦਾ ਕੋਈ ਕਾਨੂੰਨ ਆਉਂਦਾ, ਆਈ ਥਿੰਕ ਉੱਥੇ ਥੋੜ੍ਹੀ ਸਖਤੀ ਇਸ ਚੀਜ਼ ਦੇ ਵਿੱਚ ਜ਼ਿਆਦਾ ਰਹਿੰਦੀ ਆ, ਉਹਨਾਂ ਦੀ ਐਨਫੋਰਸਮੈਂਟ ਥੋੜ੍ਹੀ ਸਟਰੋਂਗ ਹੁੰਦੀ ਹੈ। ਕੀ ਆਪਾਂ ਹੋਰ ਚੀਜ਼ਾਂ ਦੇ ਵਿੱਚ ਵੀ ਇੱਦਾਂ ਦੇਖਦੇ ਹਾਂ? ਬਿਲਕੁਲ, ਐਨਫੋਰਸਮੈਂਟ ਕੈਨੇਡਾ ਦੇ ਵਿੱਚ ਆਪਾਂ ਜਦੋਂ ਟਰੱਕਿੰਗ ਦੇ ਵਿੱਚ ਕਹਿ ਲਓ ਵੀ ਲਾਇਸੈਂਸ ਲੈਣਾ ਉੱਥੋਂ ਦਾ ਜਿਹੜਾ ਜ਼ਿਆਦਾ ਔਖਾ ਹੈਗਾ, ਉਧਰ ਲਾਇਸੈਂਸ ਜਿਹੜਾ ਲੈਣਾ ਜਾਂ ਕੁਛ ਵੀ ਉਧਰ ਕਰਨਾ ਉਹ ਜਿਹੜਾ ਔਖਾ ਹੈਗਾ। ਸੋ ਆਪਾਂ ਇਨਫੋਰਸਮੈਂਟ ਉਧਰ ਠੀਕ ਆ ਕਹਿੰਦੇ ਹੈਗੇ ਆ ਕਿ ਇਨਫੋਰਸਮੈਂਟ ਹੈਗੀ ਆ। ਔਰ ਰਾਜਕੀਰ ਲੇਟਲੀ ਤੁਸੀਂ ਸੁਣਿਆ ਵੀ ਹੋਣਾ ਆ, ਬਹੁਤ ਜਾਣੇ ਕੋਲ ਸੁਣਿਆ ਹੋਣਾ ਕਿ ਵੇਜ ਥੈਫਟ ਉਧਰ ਬਹੁਤ ਚੱਲਦਾ ਹੈਗਾ, ਕਿ ਉਧਰ ਵੇਜ ਆਪਾਂ ਕਾਫੀ ਪ੍ਰੋਟੈਸਟ ਵੀ ਦੇਖੇ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ, ਘਰਾਂ ਦੇ ਇੰਪਲੋਇਰਸ ਦੇ ਘਰਾਂ ਦੇ ਸਾਹਮਣੇ, ਤੇ ਇਹ ਸਾਰਾ ਕੁਛ ਮੇਰੇ ਖਿਆਲ ਉਹ ਉਸੇ ਚੀਜ਼ ਦੀ ਦੇਣ ਆ। ਕਿਉਂਕਿ ਜਦੋਂ ਤੁਸੀਂ ਓਨਰ ਆਪਰੇਟਰ ਐਜ਼ ਅ ਇੰਡੀਪੈਂਡੈਂਟ ਕਾਂਟਰੈਕਟਰ ਕਹਿ ਦਿੰਦੇ ਆ, ਤੇ ਤੁਹਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਉਸ ਤੋਂ ਤੁਸੀਂ ਹੱਥ ਝਾੜ ਲੈਂਦੇ ਆ। ਜੇ ਇੱਕ ਵਾਰੀ ਜਿਹੜੇ ਲੋਕੀ ਹੈਗੇ ਆ ਉਹ ਐਜ਼ ਅ ਇੰਪਲੋਈ ਹੋਣਗੇ, ਤੇ ਉਹ ਗਵਰਨਮੈਂਟ ਦੇ ਥਰੂ ਉਹਨਾਂ ਟੈਕਸ ਜਾ ਰਿਹਾ, ਸਾਰਾ ਕੁਝ ਜਾ ਰਿਹਾ, ਤੇ ਆਈ ਥਿੰਕ ਉਹ ਪ੍ਰੋਟੈਕਟਡ ਹੋਣਗੇ ਬਹੁਤ ਜ਼ਿਆਦਾ ਇਸ ਮਾਮਲੇ ਜੀ। ਸੋ ਬਿਲਕੁਲ ਕੈਨੇਡਾ 'ਚ ਲੰਮੇ ਸਮੇਂ ਤੋਂ ਪ੍ਰੋਟੈਸਟ ਹੁੰਦੇ ਸੀ, ਬਹੁਤੇ ਇਹ ਕਰਕੇ ਨਕਾਰੇ ਜਾਂਦੇ ਸੀ ਵੀ ਜੀ ਇਹ ਨਵੇਂ ਆਏ ਆ, ਰੌਲਾ ਪਾਈ ਜਾਂਦੇ ਆ। ਤੇ ਆਪਣੇ ਸਰੋਤੇ ਕੈਨੇਡਾ 'ਚ ਵੀ ਬਹੁਤ ਆ, ਜ਼ਰੂਰ ਜੇ ਕੋਈ ਇਹਦੇ ਬਾਰੇ ਅਪਡੇਟ ਦੇਣਾ ਚਾਹੁੰਦਾ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200 ਤੇ ਲਾਈਵ ਪ੍ਰੋਗਰਾਮ ਵੀ ਚੱਲ ਰਿਹਾ ਕੈਲੀਫੋਰਨੀਆ ਸਮੇਂ ਦੇ ਮੁਤਾਬਕ 9 ਵਜੇ ਤੋਂ ਲੈ ਕੇ 10 ਵਜੇ ਤਾਈਂ। ਸੋ ਉੱਥੇ ਇੱਕ ਪੰਜਾਬੀ ਨੌਜਵਾਨਾਂ ਨੇ ਨੌਜਵਾਨ ਸਪੋਰਟ ਨੈਟਵਰਕ ਕਰਕੇ ਬਣਾਇਆ ਸੀ। ਉਹਨਾਂ ਨੇ ਬਹੁਤ ਪ੍ਰੋਟੈਸਟ ਕੀਤੇ। ਬਾਅਦ ਦੇ ਵਿੱਚ ਉਹਨਾਂ ਨੇ ਕੰਪਲੇਨ ਫਾਈਲ ਕਰਤੀ ਕੈਨੇਡਾ ਦੇ ਲੇਬਰ ਕੋਡ ਦੇ ਅਗੇਂਸਟ, ਵੀ ਦੇਖੋ ਜੀ ਇਹ ਸਾਡੇ ਵੇਜਸ ਨੂੰ ਚੋਰੀ ਕਰ ਰਹੇ ਆ। ਬਹੁਤ ਸਾਰੀਆਂ ਕੰਪਲੇਨਸ ਉਹ 'ਚ ਆਈਆਂ, ਕਿਸੇ ਦਾ 10,000 ਮਾਰਤਾ, ਕਿਸੇ ਦਾ 25,000 ਮਾਰਤਾ। ਸੋ ਅਲਟੀਮੇਟਲੀ ਹੁਣ ਕੈਨੇਡਾ ਦੀ ਸਰਕਾਰ ਨੇ ਪੈਸੇ ਇਨਵੈਸਟ ਕਰਕੇ ਕਹਿੰਦੇ ਵੀ ਹੁਣ ਅਸੀਂ ਸਾਰਿਆਂ ਨੂੰ ਜਿਹੜਾ ਰੂਲ ਆ ਉਹਦੇ ਅੰਡਰ ਲਿਆਵਾਂਗੇ $26 ਮਿਲੀਅਨ। ਕੱਲਾ ਇਹ ਨਹੀਂ, ਜਦੋਂ ਉਹਨਾਂ ਦੇ ਲੇਬਰ ਡਿਪਾਰਟਮੈਂਟ ਮਿਨਿਸਟਰ ਨੂੰ ਇਹ ਪੁੱਛਿਆ ਗਿਆ ਭਾਈ ਟ੍ਰੇਨਿੰਗ 'ਚ ਵੀ ਏਦਾਂ ਹੁੰਦੀ ਆ ਵੀ ਸਹੀ ਨਹੀਂ ਹੁੰਦੀ, ਉਹ ਕਹਿੰਦੇ ਵੀ ਉਹਦੇ ਉੱਤੇ ਵੀ ਅਸੀਂ ਰਿਸੋਰਸ ਲੈ ਲਿਆ ਤੇ ਸਾਰਾ ਉਸ ਨੂੰ ਵੈਰੀਫਾਈ ਕਰਾਂਗੇ, ਉਸ ਨੂੰ ਚੈੱਕ ਕਰਾਂਗੇ ਵੀ ਜੋ ਟ੍ਰੇਨਿੰਗ ਆ ਉਹ ਸਹੀ ਹੋ ਰਹੀ ਹੈ ਕਿ ਨਹੀਂ, ਉਹ ਅਕਾਊਂਟੇਬਲ ਹੋਊਗੀ।